ਸ਼ੋਰ ਨਿਕਲ ਕੇ ਆ ਰਿਹਾ ਸੀ ਪੰਜਾਬ ਹਰਿਆਣਾ ਤੋਂ, ਸਰਕਾਰ ਸੁਣੇਗੀ, ਰਾਸ਼ਟਰਪਤੀ ਦਾ ਹੱਥ ਕੰਬੇਗਾ ਹਸਤਾਖਰ ਕਰਨ ਤੋਂ ਪਹਿਲਾਂ, ਪਰ ਨਹੀਂ ਕੰਬਿਆ। ਅੱਜ ਤੁਸੀਂ ਕੀ ਸੋਚ ਰਹੇ ਹੋ? ਸਾਰੇ ਇੱਕ ਆਵਾਜ਼ ਕਰਕੇ ਇਕੱਠੇ ਨਹੀਂ ਹੋ ਰਹੇ, ਤੇ ਜਦ ਤੱਕ ਇਕੱਲੇ ਲੜਾਂਗੇ ਤਾਂ ਮਰਾਂਗੇ। ਜੇ ਇਕੱਠੇ ਲੜਾਂਗੇ ਤਾਂ ਫਿਰ ਅਸੀਂ ਜਿੱਤਾਂਗੇ। ਸੋ ਇਹੀ ਰੀਜ਼ਨ ਹੋਇਆ। ਉਹਨਾਂ ਨੂੰ ਦੇਖੋ ਅਸਰ ਹੋਇਆ ਤੇ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਫਟਾਫਟ ਸਾਈਨ ਕਰਾਤੇ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿੰਨੇ ਵੀ ਪੰਜਾਬ ਦਾ ਯੂਥ ਆ ਜਾਂ ਹਰਿਆਣੇ ਦਾ ਯੂਥ ਆ, ਉਹਨਾਂ ਨੂੰ ਬੇਸਿਕਲੀ ਸਾਡੇ ਬਿੱਲਾਂ ਦੀ ਬਾਰੇ ਜੋ ਕੰਟਰੈਕਟ ਫਾਰਮਿੰਗ ਆ, ਜੋ ਉਸ ਦੀ ਪੂਰੀ ਜਾਣਕਾਰੀ ਮੈਨੂੰ ਲੱਗਦਾ ਨਹੀਂ ਹੈਗੀ ਹਜੇ ਤੱਕ। ਇਸ ਬਿੱਲ ਦੇ ਵਿੱਚ ਜਿੰਨੀ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜੀਆਂ ਵੀ ਟਰਮਸ ਲਿਖੀਆਂ ਨੇ, ਉਹ ਸਾਡੇ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਹੈ। ਅਸੀਂ ਖੁਦ ਇੱਕ ਕਿਸਾਨ ਆ ਔਰ ਸਾਡਾ ਕਿੱਤਾ ਹੀ ਖੇਤੀ ਹੈ ਜੀ, ਉੱਥੋਂ ਹੀ ਸਾਰਾ ਗੁਜ਼ਾਰਾ ਚੱਲਦਾ। ਇਹਦੇ ਵਿੱਚ ਸਾਨੂੰ ਕਿਤੇ ਵੀ ਜਾਣਾ ਪਊਗਾ, ਚਾਹੇ ਜਿੰਨਾ ਵੀ ਟਾਈਮ ਲੱਗਦਾ ਆ, ਜਿੰਨੀ ਦੇਰ ਤੱਕ ਸਾਨੂੰ ਸੰਤੁਸ਼ਟੀ ਨਹੀਂ ਮਿਲਦੀ ਜਾਂ ਸਾਡੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ, ਸਾਡੇ ਹਿੱਤਾਂ ਦੀ ਗੱਲ ਜਿੰਨਾ ਚਿਰ ਨਹੀਂ ਪ੍ਰਵਾਨ ਚੜ੍ਹਦੀ, ਅਸੀਂ ਇਹਦੇ 'ਚ ਜਿੰਨਾ ਚਿਰ ਹੋ ਸਕਦਾ ਅਸੀਂ ਲੜਾਂਗੇ ਵੀ ਮਰਾਂਗੇ ਵੀ। ਜਿਵੇਂ ਅਸੀਂ ਬੱਚੇ ਨੂੰ ਪਾਲਦੇ ਹਾਂ, ਇੱਦਾਂ ਸਾਡਾ ਕਿਸਾਨ ਰਾਤ ਨੂੰ ਜਾਗ ਕੇ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਰੱਖ ਕੇ ਪਾਣੀ ਲਾਉਂਦਾ, ਉਹ ਸਾਡਾ ਕਿੱਤਾ ਆ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਚਾਹੇ ਆੜ੍ਹਤੀਏ ਖਤਮ ਹੋਣ ਚਾਹੇ ਰਹਿਣ, ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਤਾਂ ਸਾਡੇ ਹੱਕ ਦੇ ਦਿਓ ਜੀ। ਨਾਲੇ ਇੰਨੀ ਕਾਹਲੀ ਕਾਹਦੀ ਸੀਗੀ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਬਿੱਲ ਨੂੰ ਐਡੀ ਛੇਤੀ ਪਾਸ ਕਰ ਦਿੱਤਾ ਗਿਆ। ਜੇ ਨੌਜਵਾਨ ਜਿਹੜੇ ਆਉਂਦੇ ਨੇ ਜਾਂ ਕਿਸੇ ਪ੍ਰੋਟੈਸਟ ਤੇ ਆਉਂਦੇ ਆ ਜਾਂ ਅੱਗੇ ਆ ਰਹੇ ਨੇ, ਜੇ ਤਾਂ ਸਿਰਫ ਇਸ ਲਈ ਆ ਰਹੇ ਆ ਕਿ ਉਹ ਕਿਸੇ ਦੇ ਫੈਨ ਨੇ, ਕਿਸੇ ਦੇ ਵੀ ਸਿਰਫ ਇਸ ਕਰਕੇ ਆ ਰਹੇ, ਚੰਗੀ ਗੱਲ ਆ ਕਿ ਉਸ ਚੀਜ਼ ਨੂੰ ਫੋਲੋ ਕਰਕੇ, ਉਹਨਾਂ ਨੂੰ ਫੋਲੋ ਕਰਕੇ ਜੇ ਚੰਗਾ ਸਿੱਖਣ ਲਈ ਆ ਰਿਹਾ ਤਾਂ ਵੈਲ ਐਂਡ ਗੁੱਡ ਆ। ਜੇ ਸਿਰਫ ਇਸ ਲਈ ਆ ਰਹੇ ਕਿ ਅਸੀਂ ਉਹਨਾਂ ਨੂੰ ਦੇਖਣਾ, ਤਾਂ ਉਹਨਾਂ ਦੇ ਲਈ ਬਹੁਤ ਸ਼ਰਮ ਦੀ ਗੱਲ ਆ। ਤੇ ਗੱਲ ਇਹ ਆ ਕਿ ਹੁਣ ਗੱਲ ਇਹੀ ਆ ਕਿ ਉਹ ਢੀਠ ਸਰਕਾਰ ਆ ਤੇ ਸਾਨੂੰ ਢੀਠ ਹੋ ਕੇ ਲੜਨਾ ਪਊਗਾ। ਗੱਲ ਫਿਰ ਉਹੀ ਆ ਕਿ ਇਕੱਠੇ ਹੋ ਕੇ ਲੜਨਾ ਪਊਗਾ। ਇਹਨੂੰ ਇਹ ਦੇਖੋ ਕਿ ਸਾਡੇ ਵਜੂਦ ਦੀ ਲੜਾਈ ਆ ਤੇ ਇਹ ਸਾਨੂੰ ਹੀ ਲੜਨੀ ਪੈਣੀ ਆ। ਸਾਡਾ ਘਰ ਆ, ਸਾਨੂੰ ਹੀ ਸਾਫ਼ ਕਰਨਾ ਪੈਣਾ ਆ। ਤੇ ਉਹ ਨਾਰਾ ਸਾਡਾ ਹੈਗਾ ਹੀ ਆ, ਵਿਰੋਧ ਹੁਣ ਬੇਅੰਤ ਹੋ, ਮੋਦੀ ਤੇਰਾ ਅੰਤ ਹੋ। ਪੰਜਾਬ ਨੂੰ ਬੜੀ ਉਮੀਦ ਸੀ ਕਿ ਰਾਸ਼ਟਰਪਤੀ ਪੰਜਾਬ ਤੋਂ ਉੱਠੀ ਆਵਾਜ਼ ਨੂੰ ਸੁਣ ਲੈਣਗੇ ਤੇ ਹਸਤਾਖਰ ਨਹੀਂ ਕਰਨਗੇ, ਪਰ ਰਾਸ਼ਟਰਪਤੀ ਨੇ ਨਹੀਂ ਸੁਣੀ ਤੇ ਕਿਸਾਨੀ ਜੋ ਸੋਧ ਲਿਆਣੇ ਸੀ ਉਹ ਕਾਨੂੰਨ ਬਣ ਗਏ ਨੇ। ਹੁਣ ਸਾਰੀ ਜ਼ਿੰਮੇਵਾਰੀ ਪੰਜਾਬ ਤੇ ਹਰਿਆਣਾ ਦੇ ਲੋਕਾਂ ਤੇ, ਆਮ ਲੋਕਾਂ ਤੇ ਹੈਗੀ ਹੈ। ਸਿਆਸਤ ਤੋਂ ਅਸੀਂ ਸਾਰੇ ਨਾਉਮੀਦ ਹੋ ਚੁੱਕੇ ਹਾਂ ਤੇ ਅੱਜ ਮੇਰੇ ਨਾਲ ਉਹ ਨੌਜਵਾਨ ਕ੍ਰਾਂਤੀਕਾਰੀ ਸੋਚ ਵਾਲੇ ਆਮ ਪੰਜਾਬੀ ਬੈਠੇ ਨੇ ਜੋ ਹਰ ਵਰਗ ਤੋਂ ਆਏ ਨੇ। ਮੇਰੇ ਨਾਲ ਸਿਮਰਨ ਕੌਰ ਨੇ ਜੋ ਐਡਵੋਕੇਟ ਨੇ, ਸੋਨੀਆ ਮਾਨ ਨੇ ਜੋ ਐਕਟਰੈਸ ਨੇ, ਮਹਿਤਾਬ ਵਿਰਕ ਨੇ ਜੋ ਗੀਤਕਾਰ ਨੇ, ਹਰਿਆਣਾ ਨੂੰ ਰਿਪਰੈਜ਼ੈਂਟ ਕਰਦੇ ਨੇ। ਤੇ ਇਹਨਾਂ ਨੇ ਲੜਾਈ ਆਪਣੇ ਸਿਰ ਉੱਤੇ ਚੁੱਕੀ ਹੈ ਕਿ ਇਸ ਲੜਾਈ ਨੂੰ ਦੇਸ਼ ਦੀ ਪਾਰਲੀਮੈਂਟ ਨੂੰ ਸੁਣਾਉਣਾ ਪਏਗਾ, ਸੁਪਰੀਮ ਕੋਰਟ ਤੱਕ ਇਹ ਲੜਾਈ ਜਾਏਗੀ ਤਾਂ ਕਿ ਪੰਜਾਬ ਦੀ ਨਹੀਂ ਸਾਰੇ ਦੇਸ਼ ਦੇ ਕਿਸਾਨਾਂ ਦੀ ਗੱਲ ਸੁਣੀ ਜਾਏ। ਪਹਿਲਾਂ ਤਾਂ ਸਿਮਰਨ ਮੈਂ ਤੁਹਾਡੇ ਤੋਂ ਸ਼ੁਰੂ ਕਰਦੀ ਹਾਂ। ਅਸੀਂ ਜਦ ਮਿਲੇ ਸੀਗੇ 2 ਦਿਨ ਪਹਿਲਾਂ ਤਾਂ ਬੜੀ ਉਮੀਦ ਸੀ ਕਿ ਜਿਹੜਾ ਸ਼ੋਰ ਨਿਕਲ ਕੇ ਆ ਰਿਹਾ ਸੀ ਪੰਜਾਬ ਹਰਿਆਣਾ ਤੋਂ, ਸਰਕਾਰ ਸੁਣੇਗੀ, ਰਾਸ਼ਟਰਪਤੀ ਦਾ ਹੱਥ ਕੰਬੇਗਾ ਹਸਤਾਖਰ ਕਰਨ ਤੋਂ ਪਹਿਲਾਂ, ਪਰ ਨਹੀਂ ਕੰਬਿਆ। ਅੱਜ ਤੁਸੀਂ ਕੀ ਸੋਚ ਰਹੇ ਹੋ? ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਸੂਰਵਾਰ ਹੈਗੇ ਅਸੀਂ ਆਪ ਆ, ਕਿਉਂਕਿ ਅਸੀਂ ਸਾਰੇ ਜਾਣੇ ਬਾਰ-ਬਾਰ ਬੋਲਿਆ ਕਿ ਅਸੀਂ ਸਾਰੇ ਇੱਕ ਝੰਡੇ ਦੇ ਥੱਲੇ ਇਕੱਠੇ ਹੋਈਏ। ਨਾ ਤਾਂ ਸਾਨੂੰ ਇੱਕ ਲੀਡਰ ਮਿਲਿਆ ਹਲੇ ਤੱਕ ਜਿਹੜਾ ਜਿਹਦੇ ਝੰਡੇ ਦੇ ਥੱਲੇ, ਉਸ ਕਿਸਾਨੀ ਦੇ ਝੰਡੇ ਦੇ ਥੱਲੇ ਸਾਰੀਆਂ ਪਾਰਟੀਆਂ, ਸਾਰਾ ਯੂਥ, ਚਾਹੇ ਉਹ ਕਲਾਕਾਰ, ਚਾਹੇ ਉਹ ਆੜ੍ਹਤੀਏ, ਚਾਹੇ ਉਹ ਕਿਸਾਨ, ਹਰ ਕੋਈ ਐਜ਼ ਆ ਕਿਸਾਨ ਇਕੱਠਾ ਹੋ ਸਕੇ, ਹਲੇ ਤੱਕ ਨਹੀਂ ਮਿਲਿਆ। ਦੂਜੀ ਗੱਲ, ਅਸੀਂ ਕੀ ਕਰ ਰਹੇ ਹਾਂ, ਜਿਹੜੀ ਸਭ ਤੋਂ ਵੱਡੀ ਸਾਡੀ ਮਿਸਟੇਕ ਹੈਗੀ ਆ, ਕਦੇ ਅਸੀਂ ਪੰਜਾਬ ਦੇ ਕਿਹੜੇ ਕੋਨੇ 'ਚ ਧਰਨਾ ਲਾ ਰਹੇ ਹਾਂ, ਕਦੇ ਕਿਹੜੇ ਕੋਨੇ 'ਚ ਧਰਨਾ ਲਾ ਰਹੇ ਹਾਂ। ਅਸੀਂ ਸਾਰੇ ਇੱਕ ਆਵਾਜ਼ ਕਰਕੇ ਇਕੱਠੇ ਨਹੀਂ ਹੋ ਰਹੇ, ਤੇ ਜਦ ਤੱਕ ਇਕੱਲੇ ਲੜਾਂਗੇ ਤਾਂ ਮਰਾਂਗੇ। ਜੇ ਇਕੱਠੇ ਲੜਾਂਗੇ ਤਾਂ ਫਿਰ ਅਸੀਂ ਜਿੱਤਾਂਗੇ। ਸੋ ਇਹੀ ਰੀਜ਼ਨ ਹੋਇਆ। ਉਹਨਾਂ ਨੂੰ ਦੇਖੋ ਅਸਰ ਹੋਇਆ ਤੇ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਫਟਾਫਟ ਸਾਈਨ ਕਰਾਤੇ। ਅਦਰਵਾਈਜ਼ ਸੀਗਾ ਕਿ 1 ਤਰੀਕ ਤੋਂ ਬਾਅਦ ਇਹ ਚੀਜ਼ ਹੋਊਗੀ, ਪਰ ਇਹਨਾਂ ਨੇ ਇਹ ਚੀਜ਼ ਪਹਿਲਾਂ ਕਰਤੀ। ਰੀਜ਼ਨ ਕਿ ਹੁਣ ਆਪਣੇ ਇਕੱਠੇ ਹੋਣ ਦੀ ਆਵਾਜ਼ ਚੱਲ ਰਹੀ ਹੈ ਕਿ ਅਸੀਂ ਇਕੱਠੇ ਹੋ ਜਾਓ, ਹੈ ਨਾ। 31 ਜਥੇਬੰਦੀਆਂ ਨੇ ਜਿਹੜੀਆਂ, ਉਹ ਵੀ ਚੰਗੀ ਤਰ੍ਹਾਂ ਇਕੱਠੀਆਂ ਨਹੀਂ ਹੋਈਆਂ। ਸੋ ਇਹ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹੀ ਰਿਹਾ। ਤੇ ਹੁਣ ਗੱਲ ਇਹ ਆ ਕਿ ਹਲੇ ਵੀ ਕਹਿੰਦੇ ਕਿ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਅੱਜ ਵੀ ਅਸੀਂ ਇਕੱਠੇ, ਜੇ ਪੰਜਾਬ ਹਰਿਆਣਾ ਇਕੱਠਾ, ਕਿਉਂਕਿ ਸਭ ਤੋਂ ਜ਼ਿਆਦਾ ਅਸਰ ਪੰਜਾਬ ਹਰਿਆਣੇ ਦੀ ਕਿਸਾਨੀ 'ਤੇ ਪੈਣਾ। ਤੇ ਦੂਜੀ ਗੱਲ, ਇਹ ਸਿਰਫ ਕਿਸਾਨੀ ਦੀ ਗੱਲ ਨਹੀਂ ਗੀ, ਇਹਦਾ ਹਰੇਕ 'ਤੇ, ਚਾਹੇ ਉਹ
ਵਪਾਰੀ ਹੋਵੇ ਉਹਦੇ ਤੇ ਵੀ ਅਸਰ ਹੋਣਾ, ਚਾਹੇ ਉਹ ਕਲਾਕਾਰ ਹੋਣ ਉਹਨਾਂ ਦੇ ਉੱਤੇ ਵੀ ਅਸਰ ਹੋਣਾ, ਚਾਹੇ ਉਹ ਵਕੀਲ ਹੋਣ ਤੇ ਚਾਹੇ ਡਾਕਟਰ ਹੋਣ, ਸਾਰਿਆਂ ਦੇ ਉੱਤੇ ਹੀ ਅਸਰ ਪੈਣਾ ਆ। ਕਿਉਂਕਿ ਜੇ ਕਿਸਾਨ ਕੋਲ ਸਰਪਲਸ ਹੀ ਨਹੀਂ ਬਚੂਗਾ, ਉਹਦੇ ਕੋਲ ਕਮਾਈ ਐਕਸਟਰਾ ਫੈਸਿਲਿਟੀਜ਼ ਲਈ ਨਹੀਂ ਬਚੂਗੀ, ਕਿਉਂਕਿ ਜਦ ਖਰਚੇ ਹੀ ਨਹੀਂ ਪੂਰਾ ਹੋਊਗਾ ਆਬਵੀਅਸ ਉਹਦੇ ਕੋਲ ਬਚੂਗਾ ਕੀ। ਕਿਸਾਨ ਤੋਂ ਜਿਵੇਂ ਉਹ ਡੋਮਿਨੋਜ਼ ਕਹਿੰਦੇ ਨਾ, ਇੱਕ ਤੋਂ ਹਾਂਜੀ, ਕਿੰਨਾ ਸ਼ੁਰੂ ਕਰਦਾ, ਜਦ ਕਿਸਾਨ ਡਿੱਗੇਗਾ ਤੇ ਪੂਰਾ ਸਿਸਟਮ ਡਿੱਗੇਗਾ। ਔਰ ਸਿਰਫ ਪੰਜਾਬ ਹਰਿਆਣਾ ਨਹੀਂ, ਇਹ ਤੋਂ ਜਾ ਕੇ ਅਸਰ ਕਿਤੇ ਹੋਰ ਵੀ ਪਏਗਾ। ਪਾਸੇ ਪਏਗਾ। ਸੋਨੀਆ, ਅੱਜ ਇੱਕ ਨੌਜਵਾਨਾਂ ਵੱਲੋਂ ਆ ਰਹੀ ਹੈ ਕਿ ਜਿਹੜੇ ਨੌਜਵਾਨ ਨੇ ਉਹ ਸਿਰਫ ਕਲਾਕਾਰਾਂ ਨੂੰ ਦੇਖ ਕੇ ਅੱਗੇ ਆ ਰਹੇ, ਅਸਲ ਦਰਦ ਨਹੀਂ ਹੈ। ਤੁਸੀਂ ਕੀ ਕਹਿੰਦੇ ਹੋ ਕਿ ਜੇ ਇਸ ਲੜਾਈ, ਚਾਹੇ ਇਸੇ ਕਰਕੇ ਨੌਜਵਾਨ ਆ ਰਹੇ, ਜੇ ਲੜਾਈ ਚਲਦੀ ਰਹੀ, ਸਗੋਂ 2 ਸਾਲ ਲੰਘ ਗਏ, ਬਹੁਤ ਟਾਈਮ ਵਕਤ ਲੰਘ ਗਿਆ, ਤੁਹਾਨੂੰ ਕੰਮ ਵੀ ਆਉਣਾ, ਤੁਸੀਂ ਪਹਿਲਾਂ ਤਾਂ ਆਪਣਾ ਕੰਮ ਵੀ ਕਮਾਉਣਾ ਹੈਗਾ, ਤੁਸੀਂ ਸਭ ਕੁਝ ਛੱਡ ਕੇ ਕੀ ਇਸ ਜੰਗ ਵਿੱਚ ਰਹੋਗੇ? ਸਭ ਤੋਂ ਪਹਿਲਾਂ ਮੈਮ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਜਿੰਨੇ ਵੀ ਪੰਜਾਬ ਦਾ ਯੂਥ ਆ ਜਾਂ ਹਰਿਆਣੇ ਦਾ ਯੂਥ ਆ, ਉਹਨਾਂ ਨੂੰ ਬੇਸਿਕਲੀ ਸਾਡੇ ਬਿੱਲਾਂ ਦੀ ਬਾਰੇ ਜੋ ਕੰਟਰੈਕਟ ਫਾਰਮਿੰਗ ਆ, ਜੋ ਉਸ ਦੀ ਪੂਰੀ ਜਾਣਕਾਰੀ ਮੈਨੂੰ ਲੱਗਦਾ ਨਹੀਂ ਹੈਗੀ ਹਜੇ ਤੱਕ, ਕਿਉਂਕਿ ਬਹੁਤ ਸਾਰੇ ਜਿੰਨੇ ਵੀ ਲੋਕੀ ਆ ਜ਼ਿਆਦਾਤਰ ਪਲੱਸ ਪੁਆਇੰਟਸ ਨੂੰ ਅੱਗੇ ਰੱਖ ਰਹੇ ਨੇ ਬਿੱਲ ਦੇ, ਹੈ ਨਾ। ਜਿੰਨੇ ਵੀ ਉਹਦੇ ਨੈਗੇਟਿਵ ਪੁਆਇੰਟਸ ਆ, ਜੋ ਪ੍ਰਾਈਵੇਟਾਈਜੇਸ਼ਨ ਆ, ਅੱਗੇ ਜਾ ਕੇ ਕਿਸਾਨਾਂ ਨੂੰ, ਸਾਡਿਆਂ ਨੂੰ ਖਤਮ ਕਰਨ ਵਾਲੀ ਗੱਲ ਹੈ। ਜਾਣਕਾਰੀ ਤਾਂ ਦੇਣੀ ਪਏਗੀ, ਬਟ ਮੈਨੂੰ ਇਹ ਹੈ ਕਿ ਤੁਹਾਡੀ ਸ਼ਿੱਦਤ ਕਦ ਤੱਕ ਨਾਲ ਰਹੇਗੀ? ਮੇਰੀ ਸ਼ਿੱਦਤ ਜਦੋਂ ਤੱਕ ਇਹ ਮੁਹਿੰਮ ਚੱਲੂਗੀ ਉਦੋਂ ਤੱਕ ਮੈਂ ਕਿਸਾਨਾਂ ਦੇ ਨਾਲ ਖੜੀ ਰਹੂੰਗੀ ਔਰ ਆਪਣੀ ਆਵਾਜ਼ ਕਿਸਾਨਾਂ ਦੇ ਹੱਕਾਂ ਵਾਸਤੇ ਬੁਲੰਦ ਕਰੂੰਗੀ। ਚਾਹੇ ਇਹ ਮੁਹਿੰਮ ਦਿੱਲੀ ਤੱਕ ਜਾਂਦੀ ਹੈ, ਕਿੱਥੇ ਤੱਕ ਵੀ ਜਾਂਦੀ ਹੈ, ਅਸੀਂ ਕਿਸਾਨਾਂ ਵਾਸਤੇ ਲੜਾਂਗੇ, ਕਿਉਂਕਿ ਅਸੀਂ ਫਾਰਮਰਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਔਰ ਅਸੀਂ ਇਹ ਜਿਹੜਾ ਬਿੱਲ ਪਾਸ ਕਰ ਦਿੱਤਾ ਗਿਆ ਹੈ ਸਾਡੇ ਫਾਰਮਰਸ ਦੇ ਹਿੱਤ ਵਿੱਚ ਨਹੀਂ ਹੈ। ਇਹ ਅਸੀਂ ਚਾਹੁੰਦੇ ਹਾਂ ਕਿ ਇਹ ਬਿੱਲ ਨੂੰ ਕੈਂਸਲ ਕੀਤਾ ਜਾਵੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਆਵੇ ਔਰ ਸਾਡੇ ਕਿਸਾਨਾਂ ਨੂੰ ਖੁਦ ਨੂੰ ਪਤਾ ਹੈ ਕਿ ਉਹ ਖੇਤੀ ਕਿਵੇਂ ਕਰ ਸਕਦੇ ਆ, ਕਿਵੇਂ ਆੜਤੀਆਂ ਨੂੰ ਵੇਚ ਸਕਦੇ ਆ, ਕਿਉਂਕਿ ਇਸ ਬਿੱਲ ਦੇ ਵਿੱਚ ਜਿੰਨੀ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜੀਆਂ ਵੀ ਟਰਮਸ ਲਿਖੀਆਂ ਨੇ ਉਹ ਸਾਡੇ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਹੈ, ਕਿਉਂਕਿ ਉਹਦੇ ਵਿੱਚ ਕੁਛ ਵੀ ਸਾਡੇ ਕਿਸਾਨਾਂ ਦੇ ਹੱਕ ਵਾਸਤੇ ਨਹੀਂ ਕੀਤਾ ਗਿਆ। ਨਾ ਸਾਡੇ ਕਿਸਾਨ ਕੋਰਟ ਵਿੱਚ ਜਾ ਸਕਦੇ ਹੈ, ਨਾ ਸਾਡੇ ਕਿਸਾਨ ਮੰਡੀ ਬੋਰਡ ਖਤਮ ਕੀਤਾ ਜਾ ਰਿਹਾ ਹੈ ਔਰ MSP ਦਾ ਕਹਿ ਰਹੇ ਨੇ ਕਿ ਫਿਕਸਡ ਰੇਟ ਕੀਤਾ ਜਾਊਗਾ, ਬਟ ਹਜੇ ਤੱਕ ਉਸ ਬਿੱਲ ਦੇ ਵਿੱਚ ਅਮੈਂਡਮੈਂਟ ਵੀ ਨਹੀਂ ਹੋਈ ਹੈ ਕਿ ਪੱਕੇ ਰੇਟ ਦੀ ਹੋਣੀ ਚਾਹੀਦੀ ਹੈ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ। ਇਹ ਸਿਰਫ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਵਧੀਆ ਬਿੱਲ ਹੈ, ਇਹ ਸਿਰਫ ਝਾਂਸਾ ਦਿੱਤਾ ਜਾ ਰਿਹਾ ਹੈ ਕਿਸਾਨਾਂ ਨੂੰ ਫਸਾਉਣ ਵਾਸਤੇ। ਅੱਗੇ ਜਾ ਕੇ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਪ੍ਰਾਈਵੇਟਾਈਜੇਸ਼ਨ ਜਾਂ ਕਾਰਪੋਰੇਟ ਕੰਪਨੀਆਂ ਕੀ ਕਰਨਗੀਆਂ ਕਿਸਾਨਾਂ ਦਾ ਹਾਲ, ਕਿਉਂਕਿ ਨਾ ਤੇ ਉਹਨਾਂ ਦੇ ਕੋਲ ਆਪਣਾ ਹੱਕ ਹੋਏਗਾ ਜ਼ਮੀਨ ਦਾ, ਨਾ ਉਹ ਲੋਨ ਲੈ ਸਕਦੇ ਨੇ। ਮੈਂ ਤੇ ਇਹ ਵੀ ਕਹੂੰਗੀ ਕਿ ਪ੍ਰਾਈਵੇਟ ਕੰਪਨੀ ਜਾਂ ਕਾਰਪੋਰੇਟ ਕੰਪਨੀਜ਼ ਦੇ ਕੋਲ ਇਹ ਅਧਿਕਾਰ ਨਹੀਂ ਹੋਣੇ ਚਾਹੀਦੇ ਕਿ ਉਹ ਕਿਸਾਨਾਂ ਦੀ ਜ਼ਮੀਨਾਂ ਦੇ ਉੱਤੇ ਲੋਨ ਵੀ ਕਿਸੇ ਤਰੀਕੇ ਦਾ ਲੈ ਸਕਣ। ਸੋ ਇਹਦੇ ਵਿੱਚ ਮੇਨ ਮੁੱਦਾ ਇਹੀ ਹੈ ਵੀ ਇਹ ਬਿੱਲ ਕੈਂਸਲ ਹੋਣਾ ਚਾਹੀਦਾ ਹੈ। ਮਹਿਤਾਬ, ਤੁਸੀਂ ਇਸ ਲੜਾਈ ਵਿੱਚ ਤਾਂ ਕੂਦੇ ਹੋ, ਪਰ ਹਰਿਆਣਾ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ? ਬਿਕੋਜ਼ ਸਾਨੂੰ ਅੱਜ ਇਹ ਲੱਗ ਰਿਹਾ ਕਿ ਅੱਜ ਪੰਜਾਬ ਦੇ ਕਿਸਾਨ ਕਰ ਰਹੇ, ਹਰਿਆਣਾ ਕੀ ਕਰ ਰਿਹਾ ਹੈਗਾ? ਬਿਲਕੁਲ ਜੀ, ਮੇਰਾ ਸ਼ਹਿਰ ਕਰਨਾਲ ਆ ਹਰਿਆਣਾ ਤੋਂ ਔਰ ਮੈਂ ਪਿਛਲੇ 10 ਸਾਲਾਂ ਤੋਂ ਪੰਜਾਬ 'ਚ ਰਹਿ ਰਿਹਾ, ਪਰ ਫਿਰ ਵੀ ਹਰ ਮਹੀਨੇ ਪਿੰਡ ਵੀ ਜਾਈਦਾ ਤੇ ਹਰਿਆਣੇ ਦੇ ਜਿੰਨੇ ਵੀ ਸਾਡੇ ਯੂਥ ਆ ਕਾਲਜਾਂ ਦਾ, ਯੂਨੀਵਰਸਿਟੀਆਂ ਦਾ, ਉਹਨਾਂ ਨਾਲ ਅਸੀਂ ਮਿਲਦੇ ਵੀ ਹਾਂ, ਉਹਨਾਂ ਦੀਆਂ ਵਿਚਾਰਧਾਰਾ ਸੁਣਦੇ ਵੀ ਹਾਂ। ਸੋ ਮੈਂ ਜੇ ਪਿਛਲੇ ਕੁਝ ਦਿਨਾਂ ਤੋਂ ਨਹੀਂ ਜਾ ਸਕਿਆ ਹਰਿਆਣਾ, ਕਿਉਂਕਿ ਇੱਥੇ ਅਸੀਂ ਥੋੜ੍ਹਾ ਜਿਹਾ ਬਿਜ਼ੀ ਸੀਗੇ, ਪਰ ਹੁਣ ਮੈਨੂੰ ਜਿੱਦਾਂ ਪਿਛਲੇ ਕੱਲ੍ਹ ਸ਼ਾਮ ਦੇ ਤੇ ਅੱਜ ਸਵੇਰ ਦੇ ਵੀ ਸਾਨੂੰ ਫੋਨ ਆ ਰਿਹਾ ਕਿ ਬਈ ਆਪਾਂ ਕਰਨਾਲ ਆਪਾਂ ਧਰਨੇ ਤੇ ਬੈਠੀਏ, ਆਪਾਂ ਹਾਈਵੇ ਤੇ ਜਾਮ ਲਾਈਏ, ਕਿਉਂਕਿ ਇੱਧਰ ਮੈਨੂੰ ਲੱਗਦਾ ਥੋੜ੍ਹਾ ਜਿਹਾ ਇੱਧਰ ਘੱਟ ਹੋਊਗਾ। ਲੇਕਿਨ ਜਿਹੜਾ ਹਿਸਾਰ, ਨਿਰਵਾਣਾ, ਜੀਂਦ ਵਾਲੀ ਪਾਸੇ ਤੁਸੀਂ ਦੇਖਿਆ ਉਹਨਾਂ ਨੇ ਬਹੁਤ ਰੋਸ ਕੀਤਾ ਔਰ ਜਿੰਨੇ ਵੀ ਹਰਿਆਣੇ ਦੇ ਕਿਸਾਨ ਆ ਸਾਰੇ, ਅਸੀਂ ਖੁਦ ਇੱਕ ਕਿਸਾਨ ਆ ਔਰ ਸਾਡਾ ਕਿੱਤਾ ਹੀ ਖੇਤੀ ਹੈ ਜੀ, ਉੱਥੋਂ ਹੀ ਸਾਰਾ ਗੁਜ਼ਾਰਾ ਚੱਲਦਾ। ਸੋ ਮੁੱਦਾ ਇਹ ਆ ਕਿ ਮੰਨ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜ਼ਿਆਦਾ ਕਲਾਕਾਰ ਬਿਲੋਂਗ ਕਰਦੇ ਆ, ਇੱਥੋਂ ਦਾ ਥੋੜ੍ਹਾ ਜਿਹਾ ਹੈਗਾ ਉਹਨਾਂ ਦਾ ਰੁਝਾਨ ਜ਼ਿਆਦਾ ਆ, ਉੱਥੇ ਥੋੜ੍ਹਾ ਜਿਹਾ ਘੱਟ ਹੋਊਗਾ। ਪਰ ਜਿਵੇਂ ਜਿਵੇਂ ਅਸੀਂ ਇੱਕ ਫੇਸ ਆ, ਸਾਨੂੰ ਯੂਥ ਫੋਲੋ ਕਰਦਾ ਆ ਔਰ ਮੈਂ ਕੋਸ਼ਿਸ਼ ਕਰ ਰਿਹਾ ਕਿ ਕੱਲ੍ਹ ਜਾਂ ਪਰਸੋਂ ਜਲਦੀ ਤੋਂ ਜਲਦੀ ਉੱਥੇ ਜਾ ਕੇ ਅਸੀਂ ਉੱਥੇ ਵੀ ਇਹ ਜਿਹੜਾ ਸਾਡਾ ਰੋਸ ਹੈ ਅਸੀਂ ਇੱਥੇ ਪ੍ਰਗਟ ਕਰੀਏ ਆਪਣਾ। ਕਲਾਕਾਰਾਂ ਤੇ ਬਹੁਤ ਜ਼ਿੰਮੇਵਾਰੀ ਪੈ ਗਈ ਅੱਜ, ਕਲਾਕਾਰਾਂ ਬਿਨਾਂ ਨੌਜਵਾਨ ਬਾਹਰ ਨਹੀਂ ਨਿਕਲਣ ਵਾਲਾ, ਇਹ ਇੱਕ ਸੱਚਾਈ ਬਣ ਚੁੱਕੀ ਹੈ ਜੀ। ਬਿਲਕੁਲ ਜੀ, ਬਿਲਕੁਲ ਸਾਨੂੰ ਫੋਲੋ ਕਰਦੇ ਆ ਕਿ ਜੇ ਅਸੀਂ ਚੰਗਾ ਕੰਮ ਕਰਦੇ ਆ ਤਾਂ ਉਹ ਸਾਨੂੰ ਦੇਖਦੇ ਆ। ਜੇ ਕਹਿੰਦੇ ਆ ਨਾ ਕਿ ਕਲਾਕਾਰ ਨੇ ਬੰਦੂਕਾਂ ਵਾਲਾ ਗਾਣਾ ਗਾਇਆ ਤਾਂ ਫਿਰ ਯੂਥ ਵਿਗੜ ਗਿਆ ਸਾਡਾ, ਇਹਦਾ ਮਤਲਬ ਉਹ ਸਾਨੂੰ ਜੇ ਮਾੜੇ ਕੰਮਾਂ 'ਚ ਫੋਲੋ ਕਰਦੇ ਆ। ਜੇ ਅਸੀਂ ਅੱਜ ਚੰਗਾ ਕੰਮ, ਮੈਂ ਇੱਕ ਕਿਸਾਨ ਪਰਿਵਾਰ ਤੋਂ ਇੱਕ ਯੰਗ ਉੱਠਾਂਗਾ ਤਾਂ ਮੈਂ ਕਹੂੰਗਾ ਵੀ ਸਾਡੇ ਨਾਲ ਇਹ ਬਹੁਤ ਮਾੜਾ ਹੋ ਰਿਹਾ, ਧੱਕਾ ਹੋ ਰਿਹਾ, ਵੀ ਆਪਾਂ ਸਾਰੇ ਵੀਰ ਭਰਾ ਆਓ ਯਾਰ ਰਲ ਕੇ ਆਪਾਂ ਧਰਨੇ ਤੇ ਬੈਠੀਏ। ਇਹਦੇ ਵਿੱਚ ਸਾਨੂੰ ਕਿਤੇ ਵੀ ਜਾਣਾ ਪਊਗਾ, ਚਾਹੇ ਜਿੰਨਾ ਵੀ ਟਾਈਮ ਲੱਗਦਾ ਆ, ਜਿੰਨੀ ਦੇਰ ਤੱਕ ਸਾਨੂੰ ਸੰਤੁਸ਼ਟੀ ਨਹੀਂ ਮਿਲਦੀ ਜਾਂ ਸਾਡੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ, ਸਾਡੇ ਹਿੱਤਾਂ ਦੀ ਗੱਲ ਜਿੰਨਾ ਚਿਰ ਨਹੀਂ ਪ੍ਰਵਾਨ ਚੜ੍ਹਦੀ, ਅਸੀਂ ਇਹਦੇ 'ਚ ਜਿੰਨਾ ਚਿਰ ਹੋ ਸਕਦਾ ਅਸੀਂ ਲੜਾਂਗੇ ਵੀ, ਮਰਾਂਗੇ ਵੀ।
ਸੋ ਤੁਸੀਂ ਆਪ ਇਸ ਬਿੱਲ ਬਾਰੇ ਕੀ ਸਮਝਦੇ ਹੋ? ਬਿਕੋਜ਼ ਅੱਜ ਯੂਥ ਤੁਹਾਨੂੰ ਸੁਣ ਰਹੀ ਹੈ, ਸਿਆਸਤ ਤੋਂ ਵਿਸ਼ਵਾਸ ਉੱਠ ਚੁੱਕਾ ਹੈਗਾ, ਸੋ ਯੂਥ ਤੁਹਾਨੂੰ ਸੁਣ ਕੇ ਬਾਹਰ ਆ ਰਹੀ ਹੈ, ਤੁਸੀਂ ਇਸ ਬਿੱਲ ਬਾਰੇ ਕਿੰਨੀ ਜਾਣਕਾਰੀ ਸਮਝ ਰੱਖਦੇ ਹੋ ਕਿ ਸਿਰਫ ਇੱਕ ਉਹ ਫੈਸ਼ਨ ਪਰੇਡ ਚੱਲ ਰਹੀ ਹੈ ਕਿ ਵੀ ਸਭ ਨੇ ਆਉਣਾ ਤਾਂ ਮੈਂ ਵੀ ਚੱਲਾਂ? ਹਾਂ, ਨਹੀਂ ਇਦਾਂ ਦੀ ਕੋਈ ਗੱਲ ਨਹੀਂ, ਮੈਂ ਵੀ ਚੱਲਾਂ। ਬੇਸਿਕਲੀ ਮੈਂ ਅੱਜ ਆਇਆ ਪਹਿਲੀ ਵਾਰ ਆ, ਤੁਹਾਡੇ ਤੋਂ ਹੀ ਅਸੀਂ ਸ਼ੁਰੂਆਤ ਕਰ ਰਹੇ ਹਾਂ, ਤੁਹਾਡੇ ਤੋਂ ਇੰਟਰਵਿਊ ਤੋਂ ਇੱਥੋਂ ਸ਼ੁਰੂ ਕਰ ਰਹੇ ਹਾਂ। ਮੈਂ ਅਜੇ ਤੱਕ ਧਰਨੇ 'ਚ ਨਹੀਂ ਗਿਆ, ਪਰ ਹੁਣ ਮੈਂ ਜਾਊਂਗਾ, ਔਰ ਜਿੰਨੀ ਕਿ ਮੈਨੂੰ ਬਿੱਲ ਦੀ ਸਮਝ ਹੈ, ਜਿੰਨਾ ਕੁ ਮੈਂ ਸੁਣਿਆ, ਔਰ ਜਿੰਨਾ ਕੁ ਅਸੀਂ ਇਸ ਚੀਜ਼ ਬਾਰੇ ਪੜ੍ਹ ਸਕੇ ਹਾਂ ਜਾਂ ਮੈਨੂੰ ਸੋਨੀਆ ਜੀ ਨੇ ਸਮਝਾਇਆ ਕਿ ਇਹ ਸਾਡੇ ਪੰਜਾਬੀ 'ਚ ਕਹਿ ਦਈਏ ਵੀ ਇਹ ਸਾਡੇ ਮਤਲਬ ਦੀ ਚੀਜ਼ ਹੈ ਹੀ ਨਹੀਂ, ਸਾਡੇ ਹੱਕ 'ਚ ਇੱਕ ਵੀ ਗੱਲ ਉਹਨਾਂ ਨੇ ਕੀਤੀ ਨਹੀਂ, ਕਿਉਂਕਿ ਅਸੀਂ ਸ਼ੁਰੂ ਤੋਂ ਕਿੰਨੇ ਸਾਲਾਂ ਤੋਂ ਸਾਡਾ ਕਿੱਤਾ ਹੀ ਖੇਤੀ ਆ, ਅਸੀਂ ਉੱਥੋਂ ਰੋਟੀ ਗੁਜ਼ਾਰਾ ਸਾਡਾ ਚੱਲ ਰਿਹਾ, ਸਾਡੇ ਉੱਥੋਂ ਸਾਡਾ ਸਾਰਾ ਜੀਵਨ ਚੱਲ ਰਿਹਾ। ਹੁਣ ਉਹਨਾਂ ਕਹਿੰਦਾ ਵੀ ਹੁਣ ਤੁਸੀਂ ਇਹ ਪ੍ਰਾਈਵੇਟ ਚੀਜ਼ਾਂ ਹੋ ਜਾਣਗੀਆਂ, ਇਹਦੇ ਵਿੱਚ ਹੋਰ ਆੜਤੀਏ ਖਤਮ ਹੋ ਜਾਣਗੇ। ਸਾਡਾ ਤਾਂ ਜੇ ਸਾਨੂੰ ਨੇਰੇ ਸਵੇਰੇ ਲੋੜ ਪੈ ਜਾਏ, ਮੈਨੂੰ ਕਹਿੰਦਾ ਰਾਤ ਨੂੰ 2 ਵਜੇ ਵੀ ਲੋੜ ਪੈ, ਸਾਡਾ ਹੁੰਦਾ ਚੱਲ ਆੜਤੀਏ ਤੋਂ ਫੜ ਲਈਏ ਯਾਰ 50,000 ਰੁਪਈਆ। ਜੇ ਵਿਆਹ ਆ ਤੇ ਜੇ ਵਰੀ ਬਣਾਉਣੀ ਆ ਵਿਆਹ ਦੀ ਤਾਂ ਫਿਰ ਹੁੰਦਾ ਵੀ ਆੜਤੀਏ ਨੂੰ ਜਿੰਨਾ ਚਿਰ ਉਹ 2 ਦਿਨ ਕਹੂਗਾ ਵੀ ਪਰਸੋਂ ਪੈਸੇ ਲੈ ਜਿਓ, ਫਿਰ ਅਸੀਂ ਪਰਸੋਂ ਦੀ ਤਰੀਕ ਰੱਖਣੇ ਆ। ਸਾਡੇ ਵਿਆਹ ਉੱਥੋਂ ਚੱਲਦੇ ਆ, ਸਾਡੀਆਂ ਚੀਜ਼ਾਂ ਉੱਥੋਂ ਚੱਲਦੀਆਂ। ਸੋ ਜਿੰਨਾ ਕੁ ਬਿੱਲ ਦਾ ਮੈਨੂੰ ਨੌਲੇਜ ਇਹ ਆ ਕਿ ਮੋਦੀ ਜੀ ਦਾ ਬਿਆਨ ਆਇਆ, ਉਹ ਕਹਿੰਦੇ ਨੇ ਕਿ ਅਸੀਂ ਸਗੋਂ ਇੱਕ ਤੁਹਾਨੂੰ ਕਿਸਾਨਾਂ ਤੇ ਅਹਿਸਾਨ ਕਰ ਰਹੇ ਹਾਂ ਕਿ ਉਹਨਾਂ ਆੜਤੀਆਂ ਤੋਂ ਆਜ਼ਾਦ ਕਰ ਰਹੇ ਹਾਂ। ਕਿ ਕਿਸਾਨ, ਤੁਸੀਂ ਦੋਨੋਂ ਕਿਸਾਨ ਖੇਤੀ ਦੇ ਬੈਕਗ੍ਰਾਉਂਡ ਤੋਂ ਹੈਗੇ ਹੋ, ਕਿ ਕਿਸਾਨ ਆੜਤੀਏ ਤੋਂ ਆਜ਼ਾਦ ਹੋਣਾ ਚਾਹੁੰਦੇ? ਬਿਕੋਜ਼ ਇਹ ਵੀ ਕਿਹਾ ਜਾਂਦਾ ਹੈ ਕਿ ਆੜਤੀਏ ਬਹੁਤ ਮਹਿੰਗਾ ਕਰ ਦਿੰਦਾ ਹੈਗਾ, ਉਹ ਕਿਸਾਨ ਨੂੰ ਯੂਜ਼ ਕਰਦਾ ਹੈਗਾ। ਸੋ ਤੁਹਾਡੇ ਦੋਨਾਂ ਦਾ ਕੀ ਕਹਿਣਾ ਇਸ ਬਾਰੇ? ਇਹ ਗੱਲਾਂ ਕਰਨ ਨੂੰ ਹੈਗੀਆਂ ਨੇ। ਬਾਕੀ ਜਿਹੜੀਆਂ ਇਸ ਬਿੱਲ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ, ਕੰਟਰੈਕਟ ਫਾਰਮਿੰਗ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਕਿਸਾਨ ਨੂੰ, ਜੇ ਸਾਡਾ 50,000 ਰੁਪਇਆ ਠੇਕਾ ਆ ਤੇ ਅਸੀਂ ਕਿਸਾਨ ਨੂੰ 1 ਲੱਖ ਰੁਪਇਆ ਠੇਕਾ ਦੇਵਾਂਗੇ ਤੇ ਆਪਾਂ ਹਰ ਸਾਲ 10% ਇੰਕਰੀਜ਼ ਕਰਾਂਗੇ। ਪਰ ਇਹੀ ਲੋਕੀ ਅੱਗੇ ਜਾ ਕੇ ਕਹਿਣਗੇ ਵੀ ਤੁਹਾਡੀ ਜਿਹੜੀ ਫਾਰਮਿੰਗ ਆ, ਤੁਹਾਡੇ ਤੋਂ ਸਾਨੂੰ ਕੁਝ ਬਣਿਆ ਨਹੀਂ ਤੇ ਅਸੀਂ ਤੁਹਾਨੂੰ ਤੀਜਾ ਹਿੱਸਾ ਦੇਵਾਂਗੇ। ਔਰ ਉਸ ਬਿੱਲ ਦੇ ਵਿੱਚ ਇਹ ਜਿਹੀਆਂ ਟਰਮਸ ਰੱਖ ਦਿੱਤੀਆਂ ਗਈਆਂ ਨੇ ਕਿ ਜਿਹੜਾ ਸਾਡਾ ਫਾਰਮਰ ਆ ਉਹ ਕੋਰਟ ਦੇ ਵਿੱਚ ਜਾ ਕੇ ਲੜਾਈ ਨਹੀਂ ਕਰ ਸਕਦਾ, ਆਪਣੇ ਕੰਟਰੈਕਟ ਨੂੰ ਤੋੜ ਨਹੀਂ ਸਕਦਾ, ਉਹ ਵੀ ਟਰਮ ਐਂਡ ਕੰਡੀਸ਼ਨ ਨਹੀਂ ਹੈਗੀ ਹੈ। ਬੇਸਿਕਲੀ ਅਸੀਂ ਇਹ ਕਹਿ ਰਹੇ ਹਾਂ ਕਿ ਆੜਤੀਆ ਸਿਸਟਮ ਹਟਾਉਣਾ ਚਾਹੀਦਾ ਸੀ, ਪਰ ਇਹ ਉਸ ਤੋਂ ਵੀ ਮਾੜਾ ਸਿਸਟਮ ਆ। ਹਾਂਜੀ, ਉਹਨਾਂ ਨੇ ਹੋਰ ਪਾਸੇ ਨੂੰ ਮੁੱਦਾ ਲੈ ਗਏ। ਆੜਤੀਆਂ ਬਿਨਾਂ ਸਾਡਾ ਨਹੀਂ ਗੁਜ਼ਾਰਾ। ਅਸੀਂ ਤਾਂ ਕਹਿੰਦੇ ਆ ਜੀ ਜੋ ਸਾਡਾ ਬਣਦਾ, ਸਾਡੇ ਹਿੱਤਾਂ ਦੀ ਗੱਲ ਆ, ਜਿੰਨਾ ਸਾਡਾ ਬਣਦਾ ਉਹ ਚਾਹੇ ਆੜਤੀਆ ਦੇਵੇ ਚਾਹੇ ਤੁਸੀਂ ਦਿਓ, ਸਾਨੂੰ ਤਾਂ ਸਾਡਾ ਹੱਕ ਦਿਓ। ਹਾਂਜੀ, ਅਸੀਂ ਤਾਂ ਸੁਧਾਰ ਮੰਗਦੇ ਹਾਂ। ਅਸੀਂ ਇਹਦੇ ਵਿੱਚ ਅਸੀਂ ਸੈਟੀਸਫਾਈ ਹੈ ਹੀ ਨਹੀਂ, ਕਿਉਂਕਿ ਇਹਦੇ 'ਚ ਸਾਡਾ ਇੱਕ ਵੀ ਪੁਆਇੰਟ ਨਹੀਂਗਾ ਕਿ ਜਿਹੜਾ ਸਾਡੇ ਮੰਨਿਆ, ਸਾਡੇ ਕਿਸਾਨ ਜਿਹੜੇ ਮਜ਼ਦੂਰ ਨੇ ਉਹ ਅਨਪੜ੍ਹ ਨੇ, ਅਸੀਂ ਮੰਨਦੇ ਹਾਂ ਕਿ ਉਹ ਨਹੀਂ ਪੜ੍ਹੇ ਲਿਖੇ, ਪਰ ਉਹਨਾਂ ਨੂੰ ਜਦੋਂ ਆਪਣੀ ਖੇਤੀ ਦੀ ਜਾਂ ਆਪਣੇ ਖੇਤਾਂ ਦੀ ਗੱਲ ਆਉਂਦੀ ਹੈ ਨਾ, ਤਾਂ ਉਹਨਾਂ ਦੇ ਜਿਵੇਂ ਅਸੀਂ ਬੱਚੇ ਨੂੰ ਪਾਲਦੇ ਹਾਂ, ਇੱਦਾਂ ਸਾਡਾ ਕਿਸਾਨ ਰਾਤ ਨੂੰ ਜਾਗ ਕੇ ਸੱਪਾਂ ਦੀਆਂ ਸਿਰੀਆਂ 'ਤੇ ਪੈਰ ਰੱਖ ਕੇ ਪਾਣੀ ਲਾਉਂਦਾ, ਉਹ ਸਾਡਾ ਕਿੱਤਾ ਆ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਚਾਹੇ ਆੜਤੀਏ ਖਤਮ ਹੋਣ ਚਾਹੇ ਰਹਿਣ, ਸਾਨੂੰ ਕੋਈ ਮਤਲਬ ਨਹੀਂ, ਸਾਨੂੰ ਤਾਂ ਸਾਡੇ ਹੱਕ ਦੇ ਦਿਓ ਜੀ। ਅਸੀਂ ਤਾਂ ਇਸ ਬਿੱਲ ਦੇ ਨਾਲ ਸੈਟੀਸਫਾਈ ਹੈਗੇ ਹੀ ਨਹੀਂ, ਇੱਕ 0% ਅਸੀਂ ਸੈਟੀਸਫਾਈ ਹਾਂ। ਸਾਨੂੰ ਉਹਦੇ ਵਿੱਚ ਦੱਸਿਆ ਜਾਵੇ ਕਿ ਹਾਂਜੀ ਅਸੀਂ ਤੁਹਾਨੂੰ ਆਹ ਚੀਜ਼ਾਂ ਦੱਸ ਰਹੇ ਹਾਂ, ਉਹ ਸਾਨੂੰ ਯੂਥ ਨੂੰ ਪਤਾ ਲੱਗ ਜਾਣਗੀਆਂ, ਪਰ ਸਾਡੇ ਇੱਕ ਕਿਸਾਨ ਮਜ਼ਦੂਰ ਨੂੰ ਪਤਾ ਲੱਗਣੀਆਂ ਬਹੁਤ ਜ਼ਰੂਰੀ ਨੇ। ਅਸੀਂ ਤਾਂ ਸ਼ਹਿਰਾਂ 'ਚ ਰਹਿੰਦੇ ਹਾਂ ਜੀ, ਸਾਡਾ ਤਾਂ ਪ੍ਰੋਫੈਸ਼ਨ ਗਾਇਕੀ ਹੈ। ਅਸੀਂ ਤਾਂ ਅੱਜ ਇੱਥੇ ਬੈਠੇ ਹਾਂ, ਕੱਲ੍ਹ ਨੂੰ ਅਮਰੀਕਾ ਚੱਲ ਜਾਵਾਂਗੇ, ਪਰਸੋਂ ਕੈਨੇਡਾ। ਜਿਨ੍ਹਾਂ ਨੇ ਖੇਤਾਂ 'ਚ ਰਹਿ ਕੇ ਕੰਮ ਕਰਨਾ, ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਜੋ ਕਿ ਉਹਨਾਂ ਨੂੰ ਨੌਲੇਜ ਨਹੀਂ ਹੈਗੀ, ਤਾਂ ਕਰਕੇ ਉਹ ਰੋਸ ਕਰ ਰਹੇ ਆ। ਹਰ ਕਿਸਾਨ ਅੱਜ ਰੋ ਰਿਹਾ ਘਰੇ ਬੈਠਾ, ਉਹਦੇ ਬੱਚੇ ਨੇ, ਉਹਨੇ ਬੱਚੇ ਪਾਲਣੇ ਆ, ਕੱਲ੍ਹ ਨੂੰ ਉਹਦੀ ਧੀਆਂ ਨੇ, ਉਹਨਾਂ ਨੇ ਵਿਆਹ ਵੀ ਕਰਨਾ ਆ, ਬੜਾ ਕੁਝ ਕਰਨਾ ਹੁੰਦਾ, ਬੜੀਆਂ ਚੀਜ਼ਾਂ ਨੇ। ਸੋ ਅਸੀਂ ਚਾਹੁੰਦੇ ਹਾਂ, ਅੱਜ ਸਾਡਾ ਮੱਧਮ ਇਹੀ ਆ ਇੱਥੇ ਬਹਿਣ ਦਾ ਕਿ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ। ਸਾਡਾ ਮੁੱਦਾ ਇਹ ਆ, ਚਾਹੇ ਸਾਨੂੰ ਦਿੱਲੀ ਜਾਣਾ ਪਵੇ, ਚਾਹੇ ਸਾਨੂੰ ਬੰਬੇ ਜਾਣਾ ਪਵੇ, ਸਾਨੂੰ ਕਿਤੇ ਵੀ ਜਾਣਾ ਪਵੇ, ਸਾਡਾ ਸਿਰਫ ਮੁੱਦਾ ਇਹ ਹੋਊਗਾ ਕਿ ਸਾਡੇ ਬਿੱਲ ਨੂੰ ਰੱਦ ਕੀਤਾ ਜਾਵੇ। ਅਸੀਂ ਇਸ ਬਿੱਲ ਦੇ ਨਾਲ ਸੈਟੀਸਫਾਈ ਨਹੀਂ ਹੈਗੇ। ਤੁਸੀਂ ਕੋਈ ਨਵੀਂ ਚੀਜ਼ ਬਣਾਓ ਔਰ ਉਹ ਸਾਨੂੰ ਸਮਝਾਓ ਕਿ ਅਸੀਂ ਤੁਹਾਡੇ ਲਈ ਆਹ ਚੀਜ਼ਾਂ ਕਰ ਰਹੇ ਹਾਂ, ਉਹਦੇ 'ਚ ਸਾਨੂੰ ਜੇ ਸਮਝ ਆ ਜੂਗੀ ਤਾਂ ਨਾਲੇ ਇੰਨੀ ਕਾਹਲੀ ਕਾਹਦੀ ਸੀਗੀ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਬਿੱਲ ਨੂੰ ਐਡੀ ਛੇਤੀ ਪਾਸ ਕਰ ਦਿੱਤਾ ਗਿਆ। ਮਤਲਬ ਸਭ ਤੋਂ ਪਹਿਲਾਂ ਤੇ ਇਹਦੇ ਵਾਸਤੇ ਬਿੱਲ ਜਦੋਂ ਕੋਈ ਵੀ ਪਾਸ ਹੁੰਦਾ ਆ ਪਾਰਲੀਮੈਂਟ ਦੇ ਵਿੱਚ, ਸਪੈਸ਼ਲ ਕਮੇਟੀਜ਼ ਦੇ ਥਰੂ ਨਿਕਲ ਕੇ ਜਾਂਦਾ ਆ, ਮੋਤਬਾਰ ਬੰਦਿਆਂ ਨੂੰ ਬਿਠਾਇਆ ਜਾਂਦਾ ਆ ਕਿ ਇਹ ਸਾਡੇ ਕਿਸਾਨਾਂ ਵਾਸਤੇ ਸਹੀ ਹੈ ਕਿ ਨਹੀਂ ਸਹੀ ਹੈਗਾ ਆ। ਜੇ ਇਹ ਸਾਰੀਆਂ ਚੀਜ਼ਾਂ, ਇਸ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਂਦਾ ਤੇ ਅੱਜ ਸਾਨੂੰ ਇਹ ਵਾਲੀ ਸਿਚੁਏਸ਼ਨ ਫੇਸ ਕਰਨ ਦਾ ਮੌਕਾ ਹੀ ਨਹੀਂ ਮਿਲਣਾ ਸੀਗਾ। ਤੁਹਾਡੀ ਰਾਏ ਨਹੀਂ ਲੱਗੀ, ਪੁੱਛਿਆ ਨਹੀਂ ਕਿਸਾਨਾਂ ਨੂੰ, ਸੋ ਦੈਟ ਇਜ਼ ਅ ਵੱਡੀ ਪ੍ਰੋਬਲਮ। ਹਾਂ, ਕੋਈ ਵੀ ਇਸ ਤਰੀਕੇ ਦਾ ਜਿਹੜਾ ਬਿੱਲ ਪਾਸ ਕੀਤਾ ਜਾਂਦਾ ਆ ਪਾਰਲੀਮੈਂਟ ਦੇ ਵਿੱਚ, ਇਸ ਤਰੀਕੇ ਨਾਲ ਐਡੀ ਛੇਤੀ ਨਹੀਂ ਕਰ ਦਿੱਤਾ ਜਾਂਦਾ। ਉਹ ਇੱਕ ਸਪੈਸ਼ਲ ਪ੍ਰੋਸੀਜਰ ਦੇ ਥਰੂ ਨਿਕਲ ਕੇ ਜਾਂਦਾ, ਸਪੈਸ਼ਲ ਕਮੇਟੀਜ਼ ਕੋਲ ਜਾਂਦਾ ਆ, ਫਾਰਮਰਸ ਦੇ ਬਹੁਤ ਮੋਤਬਾਰ ਬੰਦੇ ਬੈਠਦੇ ਨੇ, ਡਿਸਕਸ਼ਨਸ ਹੁੰਦੀਆਂ ਨੇ। ਉਦੋਂ ਵੀ ਹਰਸਿਮਰਤ ਕੌਰ ਬਾਦਲ ਜੀ ਨੇ ਸਭ ਤੋਂ ਪਹਿਲਾਂ ਸਾਡੀ ਜਿਹੜੀ ਮਿਨਿਸਟਰੀ ਆ ਫੂਡ ਸਪਲਾਈ ਦੀ, ਉਹਨਾਂ ਦੀ ਨਜ਼ਰ ਦੇ ਵਿੱਚ ਸੀਗਾ ਇਹ ਸਾਰਾ ਕੁਝ ਹੋ ਰਿਹਾ ਹੈ। ਇਹ ਠੋਸ ਕਦਮ ਉਹਨਾਂ ਨੂੰ ਉਦੋਂ ਚੁੱਕਣਾ ਚਾਹੀਦਾ ਸੀਗਾ। ਉਹਨਾਂ ਨੇ ਅਸਤੀਫਾ ਬਹੁਤ ਲੇਟ ਦਿੱਤਾ
ਦਿੱਤਾ, ਉਹਨਾਂ ਨੇ ਅਸਤੀਫਾ ਉਦੋਂ ਜਾ ਕੇ ਦਿੱਤਾ ਜਦੋਂ ਸਾਡੇ ਫਾਰਮਰ ਸੜਕਾਂ ਦੇ ਉੱਤੇ ਆ ਗਏ ਸੀਗੇ। ਇਹ ਉਹਨਾਂ ਨੂੰ ਪਹਿਲੋਂ ਕਰ ਦੇਣਾ ਚਾਹੀਦਾ ਸੀਗਾ। ਜਿਹੜਾ ਹੁਣ ਉਹ ਕਰ ਰਹੇ ਨੇ, ਚਾਹੇ ਬੀਜੇਪੀ ਦੇ ਨਾਲ ਗਠਬੰਧਨ ਤੋੜ ਰਹੇ ਨੇ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਬਹੁਤ ਪਹਿਲੋਂ ਕਰਨੀਆਂ ਚਾਹੀਦੀਆਂ ਸੀਗੀਆਂ। ਪੰਜਾਬ ਦੀ ਸਿਆਸਤ ਦੀ ਮਜਬੂਰੀ ਜ਼ਿਆਦਾ ਹੈ ਤੇ ਕਿਸਾਨਾਂ ਦਾ ਹੱਕ ਜੀ, ਮੈਨੂੰ ਇਹੀ ਲੱਗਦਾ ਹੈ ਕਿ 2022 ਦੀਆਂ ਇਲੈਕਸ਼ਨਸ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਹੁਣ ਕਰਨੀਆਂ ਸ਼ੁਰੂ ਕੀਤੀਆਂ, ਕਿਉਂਕਿ ਸਾਡਾ ਜ਼ਿਆਦਾਤਰ ਜਿਹੜਾ ਪੰਜਾਬ ਆ ਉਹ ਫਾਰਮਰਸ ਦੇ ਉੱਤੇ ਡਿਪੈਂਡ ਕਰਦਾ ਆ। ਜਿੰਨੀਆਂ ਵੀ ਉਹਨਾਂ ਦੀਆਂ ਵੋਟਸ ਨੇ ਉਹ ਫਾਰਮਰਸ ਦੀਆਂ ਵੋਟਸ ਨੇ, ਇਸ ਕਰਕੇ ਉਹਨਾਂ ਨੇ ਪਹਿਲੋਂ ਤੇ ਉਹ ਇਸ ਬਿੱਲ ਨੂੰ ਚੰਗਾ ਦੱਸ ਰਹੇ ਸੀਗੇ ਸਾਰੇ ਕਿਤੇ। ਜੇ ਇਹਨਾਂ ਨੇ ਪਹਿਲਾਂ ਹੀ ਇਹ ਸਟੈਪ ਚੁੱਕ ਲਿੱਤਾ ਹੁੰਦਾ ਤੇ ਅੱਜ ਸਾਡੇ ਫਾਰਮਰ ਜਿਹੜੇ ਧੁੱਪ ਦੇ ਵਿੱਚ ਸੜ ਰਹੇ ਨੇ, ਫਸਲਾਂ ਉਹਨਾਂ ਦੀਆਂ ਪਈਆਂ ਨੇ ਵੇਚਣ ਵਾਲੀਆਂ, ਉਹਨਾਂ ਦੀ ਤਾਂ ਸੋਰਸ ਆਫ ਇਨਕਮ ਉਹੀ ਹੈ, ਉਹ ਅੱਜ ਸਫਰ ਨਹੀਂ ਕਰਦੇ। ਸਿਮਰਨ, ਮੈਂ ਤੁਹਾਡੇ ਤੇ ਵਾਪਸ ਆਉਂਦੀ ਹਾਂ ਕਿ ਹੁਣ ਜੋ ਅਸੀਂ ਗੱਲਾਂ ਸੁਣ ਰਹੇ ਹੋ, ਜੋਸ਼ ਹੈ, ਦਰਦ ਹੈ, ਇਹ ਦਰਦ ਨੂੰ ਤੁਸੀਂ ਪਹਿਲਾਂ ਕਦੀ ਮਹਿਸੂਸ ਨਹੀਂ ਕੀਤਾ ਹੋਏਗਾ। ਤੁਸੀਂ ਹਰ ਬੱਚਿਆਂ ਦੇ ਮੁੱਦੇ ਤੇ, ਬੱਚਿਆਂ ਦੇ ਸ਼ੋਸ਼ਣ ਦੇ ਮੁੱਦੇ ਬਹੁਤ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਜ ਜਿੰਨਾ ਇਕੱਠ ਤੁਹਾਡੇ ਨਾਲ ਖੜਾ ਹੈ, ਪਹਿਲਾਂ ਕਦੀ ਨਹੀਂ ਆਇਆ, ਠੀਕ ਹੈ। ਸੋ ਦਰਦ ਹੈ ਤਾਂ ਸ਼ਾਇਦ ਨੌਜਵਾਨ ਟਿਕੇ ਰਹਿਣਗੇ। ਅੱਗੇ ਦਾ ਰਸਤਾ ਕਿੱਦਾਂ ਆਏਗਾ? ਬਿਕੋਜ਼ ਤੁਸੀਂ ਇਸ ਸੋਚ ਬਦਲਣ ਵਿੱਚ ਬਹੁਤ ਕੰਮ ਕੀਤਾ ਹੈ। ਇਹ ਸੋਚ ਕਿੱਦਾਂ ਬਦਲੀ ਜਾਏਗੀ? ਇਹਨਾਂ ਨੌਜਵਾਨਾਂ ਨੂੰ ਤੁਸੀਂ ਗਾਈਡ ਕੀ ਕਰਦੇ ਹੈਗੇ ਹੋ? ਦੇਖੋ, ਜੇ ਨੌਜਵਾਨ ਜਿਹੜੇ ਆਉਂਦੇ ਨੇ ਜਾਂ ਕਿਸੇ ਪ੍ਰੋਟੈਸਟ ਤੇ ਆਉਂਦੇ ਆ ਜਾਂ ਅੱਗੇ ਆ ਰਹੇ ਨੇ, ਜੇ ਤਾਂ ਸਿਰਫ ਇਸ ਲਈ ਆ ਰਹੇ ਆ ਕਿ ਉਹ ਕਿਸੇ ਦੇ ਫੈਨ ਨੇ, ਕਿਸੇ ਦੇ ਵੀ ਸਿਰਫ ਇਸ ਕਰਕੇ ਆ ਰਹੇ, ਚੰਗੀ ਗੱਲ ਆ ਕਿ ਉਸ ਚੀਜ਼ ਨੂੰ ਫੋਲੋ ਕਰਕੇ, ਉਹਨਾਂ ਨੂੰ ਫੋਲੋ ਕਰਕੇ ਜੇ ਚੰਗਾ ਸਿੱਖਣ ਲਈ ਆ ਰਿਹਾ ਤਾਂ ਵੈਲ ਐਂਡ ਗੁੱਡ ਆ। ਜੇ ਸਿਰਫ ਇਸ ਲਈ ਆ ਰਹੇ ਕਿ ਅਸੀਂ ਉਹਨਾਂ ਨੂੰ ਦੇਖਣਾ, ਤਾਂ ਉਹਨਾਂ ਦੇ ਲਈ ਬਹੁਤ ਸ਼ਰਮ ਦੀ ਗੱਲ ਆ। ਦੇਖਣ ਲਈ ਨਹੀਂ ਆ ਰਹੇ, ਇੰਨੀ ਗਰਮੀ ਵਿੱਚ ਵਿਚਾਰੇ ਆਉਂਦੇ ਪਏ, ਸੋ ਉਹ ਜ਼ਰੂਰ ਫੋਲੋ ਕਰ ਰਹੇ ਨੇ। ਹਾਂ, ਮੈਂ ਉਹੀ ਗੱਲ ਕਹਿ ਰਹੀ ਹਾਂ ਨਾ, ਇਹ ਉਹਨਾਂ ਲਈ ਹੈ ਇੱਕਾ ਦੁੱਕਾ। ਹਾਂਜੀ, ਉਹੀ ਚੀਜ਼ ਕਹਿ ਰਹੀ ਹਾਂ। ਤੇ ਜੇ ਉਸ ਚੀਜ਼ ਲਈ ਆ ਰਿਹਾ, ਕਿਉਂਕਿ ਦੇਖੋ ਹਮੇਸ਼ਾ ਜੇ ਇਸ ਟਾਈਮ ਮੈਂ ਜੇ ਦੇਖਾਂ ਨਾ, ਲੀਡਰਾਂ ਤੋਂ ਉਮੀਦ ਨਹੀਂ ਗਈ ਇਸ ਸਮੇਂ ਸੱਚੀ ਮੁੱਚੀ। ਜੇ ਸਾਡੇ ਯੂਥ ਨੂੰ ਸੰਭਾਲਿਆ ਸਿਰਫ ਕਲਾਕਾਰਾਂ ਨੇ ਸੰਭਾਲਿਆ, ਸਾਡੇ ਵਰਗੇ ਵੀ ਕਲਾਕਾਰਾਂ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਆ ਕਈ, ਜਿੱਥੇ ਜਿਹੜੀਆਂ ਚੀਜ਼ਾਂ ਗਲਤ ਹੋਈਆਂ। ਪਰ ਮੈਂ ਨਾ ਸਾਰਿਆਂ ਨੂੰ ਐਪਰੀਸ਼ੀਏਟ ਕਰਦੀ ਹਾਂ, ਕਿਉਂਕਿ ਮੈਂ ਤਾਂ ਹੱਥ ਜੋੜ ਕੇ ਕਹਿ ਰਹੀ ਹਾਂ ਕਿ ਅੱਜ ਨੌਜਵਾਨ ਇਹਨਾਂ ਵੱਲ ਦੇਖ ਰਹੇ ਆ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਫੋਲੋ ਕਰਕੇ ਆ ਰਿਹਾ। ਐਂਡ ਬੜੀ ਚੰਗੀ ਗੱਲ ਆ ਕਿ ਇਹ ਅੱਜ ਪੰਜਾਬ ਦੇ ਉਸ ਯੂਥ ਨੂੰ ਸੰਭਾਲਣ ਲਈ ਮੋਰਚਾ ਇਹਨਾਂ ਨੇ ਸੰਭਾਲਿਆ। ਬਸ ਬੇਨਤੀ ਹੁਣ ਇਹੀ ਹੈ ਕਿ ਇਹ ਪਿੱਛੇ ਨਾ ਹਟਣ। ਵੈਸੇ ਕਲਾਕਾਰਾਂ ਦੀ ਗੱਲ ਕਰੀਏ, ਜੋ ਉਹਨਾਂ ਦੇ ਗੀਤਾਂ ਵਿੱਚ ਜੇ ਬੰਦੂਕਾਂ ਦੀ ਗੱਲ ਆਉਂਦੀ ਹੈ, ਜੇ ਨਸ਼ੇ ਦੀ ਗੱਲ ਆਉਂਦੀ ਹੈ, ਜੋ ਵੀ ਆਉਂਦੀ ਹੈ, ਗੱਲ ਵੀ ਆਉਂਦੀ ਨਹੀਂ ਉਹਨਾਂ ਨੇ ਸਿੱਖਿਆ ਤਾਂ ਆਪਣੇ ਵੱਡਿਆਂ ਤੋਂ ਹੀ ਹੈ ਨਾ। ਸੋ ਉਹਨਾਂ ਦੀ ਸੋਚ ਵੀ ਖਰਾਬ ਹੋਈ ਹੈ। ਪਰ ਪੰਜਾਬ ਵਾਸਤੇ ਪਿਆਰ ਅੱਜ ਨਜ਼ਰ ਆ ਰਿਹਾ ਹੈ, ਮਤਲਬ ਕਿ ਮਾਂ ਦਾ ਵਾਸਤੇ ਪਿਆਰ ਨਹੀਂ ਗਿਆ, ਧਰਤੀ ਮਾਂ ਵਾਸਤੇ ਪਿਆਰ ਨਹੀਂ ਗਿਆ। ਸੋ ਉਹ ਕਾਫੀ ਅੱਛੀ ਗੱਲ ਹੈਗੀ ਹੈ ਕਿ ਇਹ ਜੋ ਨਿਕਲ ਕੇ ਆਈ। ਭਾਵੇਂ ਉਹਨਾਂ ਨੇ ਨਸ਼ੇ ਦੀ ਗੱਲ ਕੀਤੀ, ਭਾਵੇਂ ਉਹਨਾਂ ਨੇ ਬੰਦੂਕਾਂ ਦੀ ਗੱਲ ਕੀਤੀ, ਉਹਨਾਂ ਨੂੰ ਸਿਖਾਇਆ, ਉਹਨਾਂ ਨੇ ਸਿਖਾਇਆ ਗਿਆ। ਸਿਖਾਇਆ ਨਹੀਂ, ਉਹਨਾਂ ਨੇ ਗੱਲ ਵੀ ਤਾਂ ਕੀਤੀ ਕਿਉਂਕਿ ਉਹ ਡਿਮਾਂਡ ਹੋਈ, ਡਿਮਾਂਡ ਐਂਡ ਸਪਲਾਈ ਦੀ ਗੱਲ। ਇੱਕ ਗਾਣਾ ਆਇਆ ਸੀ ਜਿਹੜਾ ਨੌਜਵਾਨਾਂ ਨੂੰ ਘਰ ਦੀ ਸ਼ਰਾਬ ਹੋਵੇ, ਇਹ ਗਾਣੇ ਵੀ ਸਾਡੇ ਸਿਸਟਮ ਵਿੱਚ ਪਵਾਏ ਗਏ ਸੀ। ਬਿਲਕੁਲ ਬਿਲਕੁਲ, ਉਹ ਗੱਲਾਂ ਹੈਗੀਆਂ ਨੇ। ਇਹਨਾਂ ਦਾ ਵੀ ਕਸੂਰ ਨਹੀਂ, ਇਹ ਨਹੀਂ ਆਪਾਂ ਤਾਂ ਕਰ ਹੀ ਨਹੀਂ ਰਹੇ ਹੈਗੇ ਨਾ, ਕਿਉਂਕਿ ਉਹੀ ਹੈ ਨਾ ਕਿ ਡਿਮਾਂਡ ਐਂਡ ਸਪਲਾਈ ਦੀ ਗੱਲ ਹੁੰਦੀ ਆ। ਜੋ ਡਿਮਾਂਡ ਹੋਊਗੀ ਤਾਂ ਉਹਨਾਂ ਨੂੰ ਸਪਲਾਈ ਕਰਨਾ ਪਊਗਾ। ਤੇ ਇਸ ਸਮੇਂ ਚਲੋ ਫਿਰ ਆਪਾਂ ਉਸੇ ਗੱਲ ਕਿ ਇਸ ਸਮੇਂ ਇਹਨਾਂ ਦੇ ਧੰਨਵਾਦੀ ਹਾਂ ਕਿ ਇਹ ਖੜੇ ਰਹਿਣਗੇ। ਇਸ ਸਮੇਂ ਸਾਨੂੰ ਇਹਨਾਂ ਤੋਂ ਉਮੀਦਾਂ ਨੇ, ਇਹ ਖੜੇ ਰਹਿਣਗੇ, ਡਟੇ ਰਹਿਣਗੇ, ਕਿਉਂਕਿ ਸਾਡੇ ਵਜੂਦ ਦੀ ਲੜਾਈ ਹੈ, ਇਹਨਾਂ ਨੇ ਹੀ ਸਾਨੂੰ ਬਚਾਉਣਾ ਆ। ਠੀਕ ਹੈ, ਤੇ ਗੱਲ ਇਹ ਆ ਕਿ ਹੁਣ ਗੱਲ ਇਹੀ ਆ ਕਿ ਉਹ ਢੀਠ ਸਰਕਾਰ ਆ ਤੇ ਸਾਨੂੰ ਢੀਠ ਹੋ ਕੇ ਲੜਨਾ ਪਊਗਾ। ਗੱਲ ਫਿਰ ਉਹੀ ਆ ਕਿ ਇਕੱਠੇ ਹੋ ਕੇ ਲੜਨਾ ਪਊਗਾ। ਇਹ ਨਹੀਂਗਾ ਕਿ ਕੋਈ ਕਿਤੇ ਕੋਈ ਕਿਤੇ, ਸਭ ਨੂੰ ਇਕੱਠੇ। ਜੇ ਹਰਿਆਣੇ ਦੀ ਵੀ ਗੱਲ ਕਰਦੇ ਆ, ਹਰਿਆਣਾ ਪੰਜਾਬ ਇਹ ਭਰਾ ਹੀ ਨੇ, ਠੀਕ ਹੈ ਨਾ। ਹਰਿਆਣਾ ਪੰਜਾਬ ਦੇ ਇਕੱਠਾ ਹੀ ਸੀਗਾ ਨਾ, ਠੀਕ ਹੈ। ਪੰਜਾਬ ਉਹ ਦਿੱਲੀ ਤੱਕ ਕਹਿੰਦੇ ਹੈ ਪੰਜਾਬੀ ਬੋਲਣ ਵਾਲੇ ਆ, ਤੇ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ, ਕਿਉਂਕਿ ਇਸ ਬਿੱਲ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਦੋਨਾਂ ਜਿਹੜੇ ਹੈਗੇ ਇਹਨਾਂ ਤੇ ਪੈਣਾ ਆ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਹਮੇਸ਼ਾ ਜਿਹੜੀ ਵੀ ਇਸ ਚੀਜ਼ ਦੀ ਡਿਸਕਸ਼ਨ ਚੱਲਦੀ ਆ ਕਿ ਯੂਪੀ ਬਿਹਾਰ ਦੇ ਵਿੱਚ ਪਹਿਲਾਂ ਵੀ ਲਾਗੂ ਕੀਤਾ ਗਿਆ। ਜੇ ਐਡਾ ਹੀ ਵਧੀਆ ਸੀਗਾ, ਫਿਰ ਉੱਥੇ ਦੇ 12-12 ਕਿੱਲਿਆਂ ਵਾਲੇ ਇੱਧਰ ਆ ਕੇ ਦਿਹਾੜੀ ਕਿਉਂ ਕਰਦੇ ਆ? ਸਾਡੇ ਇੱਥੇ 2 ਕਿੱਲੇ ਵਾਲਾ ਵੀ ਦਿਹਾੜੀ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਆ ਕਿ ਮੈਨੂੰ ਕਣਕ ਤੇ ਝੋਨੇ ਦੇ ਵਿੱਚ ਜਿੰਨਾ ਵੀ ਆ ਮੇਰੇ ਖਰਚੇ ਜੋਗਾ ਨਿਕਲ ਜਾਣਾ। ਪਰ ਉਧਰ 12-12 ਕਿੱਲੇ ਵਾਲੇ ਵੀ ਇੱਧਰ ਆ ਕੇ ਦਿਹਾੜੀ ਕਰਦੇ ਆ। ਉਹਨਾਂ ਨੂੰ ਫਾਇਦਾ ਹੋਏਗਾ ਕਿ ਇਸ ਲਈ ਉਹ ਚੁੱਪ ਨੇ? ਨਹੀਂ, ਹਾਂ ਇਹ ਜ਼ਰੂਰ ਹੋ ਸਕਦਾ ਕਿ ਉਹ ਸੋਚਦੇ ਹੋਣੇ ਆ ਜਿਹੜੇ ਦੂਜੇ ਚੁੱਪ ਬੈਠੇ ਆ ਕਿ ਚੱਲ ਠੀਕ ਹੈ, ਜਿਹੜਾ ਪੰਜਾਬ ਤੇ ਹਰਿਆਣਾ ਜਿਹੜਾ ਸਾਡੇ ਉੱਤੇ ਉਹ ਬੈਠਾ ਨਾ ਕਿਸਾਨੀ ਦਾ ਝੰਡਾ ਚੱਕੀ, ਤੇ ਇਹ ਵੀ ਬੈਠ ਜਾਣਗੇ। ਸਾਡੇ ਵਰਗੇ ਹਾਲਾਤ ਇਹਨਾਂ ਦੇ ਵੀ। ਉਹ ਆਪਣੇ ਕਹਾਵਤ ਨਹੀਂ ਚੱਲਦੀ, ਇਹ ਭਾਰਤ ਦੀ ਹੈ, ਆਪਣੇ ਲੋਕਾਂ ਦੇ ਖੂਨ ਦੇ ਵਿੱਚ ਆ। ਜੇ ਮੇਰੇ ਘਰ ਦੇ ਮੂਹਰੇ ਇੱਕ ਖੱਡਾ ਆ, ਕਹਿੰਦੇ ਗਵਾਂਢੀਆਂ ਦੇ 2 ਕਰ ਦਿਓ।
ਠੀਕ ਆ ਇਹ ਨਹੀਂ ਕਿ ਆਪਣਾ ਹਾਂ, ਇਹ ਨਹੀਂ ਕਿ ਆਪਣਾ ਨਹੀਂ ਦੇਖਣਾ ਵੀ ਅਸੀਂ ਵੀ ਠੀਕ ਹੋ ਨੋਟਬੰਦੀ ਵਿੱਚ ਵੀ ਇਹੀ ਹੋਇਆ ਸੀ, ਗਰੀਬ ਮਰਿਆ ਪਰ ਉਹ ਅਮੀਰ ਨੂੰ ਮਰਦਾ ਹੋਇਆ ਖੁਸ਼ ਹੋ ਗਿਆ। ਹਾਂ, ਖੁਸ਼ ਹੋ ਗਿਆ ਕਿ ਅਮੀਰਾਂ ਦੀ ਜਿਹੜੀ ਬਲੈਕ ਮਨੀ ਆ ਉਹ ਖਤਮ ਹੋ ਗਈ। ਹੁਣ ਇੱਕ ਗੱਲ ਹੋਰ ਆ ਜਿਹੜੀ ਲੋਕ ਨਹੀਂ ਸਮਝ ਰਹੇ ਹੈਗੇ, ਕਿਉਂਕਿ ਇਹ ਆਪਾਂ ਨੂੰ ਗੁੰਮਰਾਹ ਤਾਂ ਕਰ ਰਹੇ ਆ। ਠੀਕ, ਲੋਕ ਇੱਕ ਕੱਲੀ ਐਮਐਸਪੀ ਦੇ ਪਿੱਛੇ ਪਏ ਆ। ਮੰਨ ਲਓ ਐਮਐਸਪੀ ਫਿਕਸ ਕਰਤੀ ਉਹਨਾਂ ਨੇ, ਮੰਨ ਲਓ ਉਹਨਾਂ ਨੇ ਅਮੈਂਡਮੈਂਟ ਕਰਕੇ ਕਹਿਤਾ ਕਿ ਐਮਐਸਪੀ ਹੋਊਗੀ, ਪਰ ਇਸ ਚੀਜ਼ ਦੀ ਸ਼ੋਰਿਟੀ ਕੌਣ ਦਿੰਦਾ ਆ ਕਿ ਜਿੰਨੀ ਫਸਲ ਹੈਗੀ ਉਹ ਚੱਕੀ ਜਾਊਗੀ। ਸੋ ਇਹਦੇ ਵਿੱਚ ਬਹੁਤ ਮੁੱਦੇ ਨੇ ਗੱਲ ਕਰਨ ਲਈ, ਕਿਸ ਤਰ੍ਹਾਂ ਪ੍ਰੋਟੈਸਟ ਜਾਣਾ ਹੈ, ਕਿਹੜੇ ਕਿਹੜੇ ਸੂਬੇ ਦੇ ਕਿਸਾਨ ਆਣੇ, ਕਿੱਥੇ ਬੈਠਣਾ ਹੈ, ਕਿੰਨੇ ਅੱਗੇ ਅਗਵਾਈ ਕਰਨੀ ਹੈ ਔਰ ਮੰਗਣਾ ਕੀ ਹੈ। ਸੋ ਬਹੁਤ ਚੀਜ਼ਾਂ, ਸੋ ਡਿਮਾਂਡ ਵੀ ਕਲੀਅਰ ਨਹੀਂ ਹੋ ਰਹੀ। ਸੋ ਇੱਕਜੁੱਟਤਾ ਸਾਨੂੰ ਚਾਹੀਦੀ ਹੈਗੀ। ਸਾਨੂੰ ਇਸ ਸਮੇਂ ਇੱਕੋ ਗੱਲ ਬੋਲ ਰਹੇ ਹਾਂ ਕਿ ਇਹਨੂੰ ਕਿਸਾਨੀ ਨਾ ਦੇਖੋ, ਇਹਨੂੰ ਇਹ ਦੇਖੋ ਕਿ ਸਾਡੇ ਵਜੂਦ ਦੀ ਲੜਾਈ ਆ ਤੇ ਇਹ ਸਾਨੂੰ ਹੀ ਲੜਨੀ ਪੈਣੀ ਆ। ਸਾਡਾ ਘਰ ਆ, ਸਾਨੂੰ ਹੀ ਸਾਫ਼ ਕਰਨਾ ਪੈਣਾ ਆ। ਤੇ ਉਹ ਨਾਰਾ ਸਾਡਾ ਹੈਗਾ ਹੀ ਆ, ਵਿਰੋਧ ਹੁਣ ਬੇਅੰਤ ਹੋ, ਮੋਦੀ ਤੇਰਾ ਅੰਤ ਹੋ। ਇਹ ਮੋਦੀ ਦੀ ਨਹੀਂ, ਇਹ ਅੰਡਾਣੀਆਂ ਅੰਬਾਣੀਆਂ ਦੀ ਜਿਹੜੀ ਗੰਦੀ ਚਾਲ ਆ, ਜਿਹੜੀ ਉਹ ਸਰਮਾਏਦਾਰ ਕਲਾਸ ਆ, ਜਿਹੜੀ ਸਾਡੀ ਆਮ ਲੋਕਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਹੜੀ ਉਹੀ ਗਰੀਬੀ ਤੇ ਅਮੀਰੀ ਦੇ ਪਾੜੇ ਨੂੰ ਵਧਾਉਣਾ ਚਾਹੁੰਦੀ ਹੈ, ਮਿਡਲ ਕਲਾਸ ਨੂੰ ਖਤਮ ਕਰਨਾ ਚਾਹੁੰਦੀ ਹੈ। ਉਸ ਚੀਜ਼ ਇਹਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ। ਤੇ ਉਮੀਦ ਸਾਨੂੰ, ਮੈਂ ਫਿਰ ਉਹੀ ਗੱਲ ਕਹਿੰਦੀ, ਸਾਨੂੰ ਕਲਾਕਾਰਾਂ ਤੋਂ ਉਮੀਦ ਹੈ ਕਿ ਇਹ ਅੱਗੇ ਲੱਗੇ ਨੇ, ਇਹ ਲੱਗਣ, ਇਹਨਾਂ ਨੂੰ ਯੂਥ ਫੋਲੋ ਕਰਦਾ ਆ, ਇਹ ਡਟੇ ਰਹਿਣਗੇ, ਯੂਥ ਵੀ ਡਟਿਆ ਰਹੂਗਾ ਤੇ ਫਿਰ ਦਿੱਲੀ ਕੰਬੇਗੀ। ਅੱਜ ਵੀ ਜੋਸ਼ ਹੈਗਾ ਆ ਕਿ ਦਿੱਲੀ ਕੰਬੇਗੀ। ਇਹ ਕਾਨੂੰਨ ਵੀ ਵਾਪਸ ਲਿਆ ਜਾਊਗਾ, ਇਹ ਸਾਡੇ ਤੇ ਨਹੀਂ ਲਾਗੂ ਹੋਊਗਾ ਜੇ ਅਸੀਂ ਸਾਰੇ ਇਕੱਠੇ ਹੋਗੇ। ਪਰ ਜੇ ਆ ਉਹ ਜੇ ਖਤਮ ਕਰਨੀ ਆ। ਸੋ ਆਖਰੀ ਸੋਨੀਆ ਵਰਡਸ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ, ਕੀ ਫੀਲ ਕਰੋਗੇ? ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਬਿੱਲ ਹੈ ਸਾਡੀ ਕਿਸਾਨਾਂ ਵਾਸਤੇ ਬਹੁਤ ਹੀ ਹਾਨੀਕਾਰਕ ਹੈ। ਔਰ ਮੇਰੀ ਬੇਨਤੀ ਹੈ ਕਿ ਸਾਡੇ ਯੂਥ ਨੂੰ ਜਿਹਨੂੰ ਨੌਲੇਜ ਨਹੀਂ ਹੈਗੀ ਇਸ ਟਾਈਮ ਤੇ ਇਸ ਬਿੱਲ ਬਾਰੇ, ਕਿਰਪਾ ਕਰਕੇ ਉਹ ਇਸ ਬਿੱਲ ਨੂੰ ਪੜ੍ਹਨ ਔਰ ਜਿੰਨੇ ਵੀ ਇਹਦੇ ਜਿਹੜੇ ਅਫੈਕਟਸ ਆ ਅੱਗੇ ਜਾ ਕੇ ਪ੍ਰਾਈਵੇਟਾਈਜੇਸ਼ਨ ਦੇ ਨਾਲ ਸਾਡੇ ਕਿਸਾਨਾਂ ਨੂੰ ਹੋਣ ਵਾਲੇ ਨੇ, ਸਾਨੂੰ ਵੀ ਹੋਣਗੇ ਐਜ਼ ਅ ਕਲਾਕਾਰ, ਸਾਡੀ ਪੂਰੀ ਸੁਸਾਇਟੀ ਨੂੰ ਹੋਣਗੇ। ਤੁਸੀਂ ਕਿਰਪਾ ਕਰਕੇ ਇਹ ਪੜ੍ਹੋ ਔਰ ਪਲੀਜ਼ ਇਸ ਟਾਈਮ ਤੇ ਸਾਨੂੰ ਤੁਹਾਡੀ ਲੋੜ ਹੈ, ਸਾਡੇ ਪੰਜਾਬ ਦੇ ਯੂਥ ਦੀ ਸਾਨੂੰ ਲੋੜ ਹੈ, ਸਾਰਿਆਂ ਦੀ ਸਾਨੂੰ ਲੋੜ ਹੈ ਕਿ ਇਕਜੁੱਟ ਹੋ ਕੇ, ਵਿਦਆਊਟ ਕਿ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੋੜ ਕੇ, ਕਿਸਾਨਾਂ ਸਾਰਿਆਂ ਨੂੰ ਇਕਜੁੱਟ ਹੋ ਕੇ, ਇਕੱਠੇ ਹੋ ਕੇ ਲੜਾਈ ਕਰਨ ਦੀ ਲੋੜ ਹੈ। ਸਾਡੇ ਯੂਥ ਨੂੰ ਸਾਡੇ ਨਾਲ ਸਟੈਂਡ ਕਰਨ ਦੀ ਲੋੜ ਹੈ, ਸੋ ਤਾਂ ਕਿ ਸਾਡੇ ਅੱਗੇ ਜਾ ਕੇ ਸਾਡੇ ਫਾਰਮਰਸ ਨਾ ਸਫਰ ਕਰ ਸਕਣ, ਅਸੀਂ ਨਾ ਸਫਰ ਕਰ ਸਕੀਏ। ਸੋ ਮੈਂ ਇਹੀ ਤੁਹਾਡੇ ਅੱਗੇ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਪਲੀਜ਼ ਬਾਹਰ ਆਓ ਇਸ ਲੜਾਈ ਵਾਸਤੇ। ਮਤਲਬ ਤੁਸੀਂ ਸ਼ਾਇਦ ਆਪਣੇ ਗੀਤਕਾਰ ਅੰਦਾਜ਼ ਨਾਲ ਕੁਝ ਕਹੋਗੇ ਕਿ ਨੌਜਵਾਨਾਂ ਨੂੰ ਕਿੱਦਾਂ ਉਤਸ਼ਾਹੋਗੇ ਕਿ ਉਹ ਪਿੱਛੇ ਨਾ ਹਟਣ? ਜੀ ਬਿਲਕੁਲ ਗੀਤਕਾਰੀ ਨਾਲ ਵੀ ਦੱਸੂਗਾ ਤੇ ਮੈਂ ਹੀ ਕਹੂੰਗਾ ਕਿ ਚਲੋ ਬਿੱਲ ਦੀ ਵੀ ਗੱਲ ਕਰ ਰਹੇ ਹਾਂ ਔਰ ਸਾਡੇ ਲਈ ਅੱਜ ਇੱਕ ਵੱਡਾ ਮੁੱਦਾ ਇਹ ਵੀ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਆ। ਉਹ ਮੇਰੇ ਖੇਤਾਂ ਵਿੱਚ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ, ਉਹ ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ, ਮੈਂ ਵਾਰਸ ਭਗਤ ਸਿੰਘ ਦਾ ਹੋ। ਇਨਕਲਾਬ ਜਿੰਦਾਬਾਦ। ਅੱਜ ਕਿਸਾਨ ਦੀ ਪੱਗ ਸੰਭਾਲਣ ਦਾ ਵਕਤ ਹੈ। ਪੱਗ ਸਾਡੀ ਸ਼ਾਨ ਹੈ, ਸਾਡੀ ਆਨ ਹੈ ਤੇ ਕਿਸਾਨ ਦੀ ਪੱਗ ਨੂੰ ਰੋਲਣ ਨਾ ਦੇਣਾ। ਜੇ ਉਹ ਰੁਲ ਗਈ ਤੁਸੀਂ ਵੀ ਨਾਲ ਰੁਲੋਗੇ।